ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਜਿਹੜੇ ਵਿਸ਼ੇ 'ਤੇ ਵਿਚਾਰ ਕਰ ਰਹੇ ਹਾਂ ਕਿ ਪਰਮਾਤਮਾ ਨੂੰ ਕਿੱਥੇ ਅਤੇ ਕਿਵੇਂ ਖੋਜੀਏ ਗੁਰਬਾਣੀ ਦੇ ਅਨੁਸਾਰ। ਅੱਜ ਆਪਾਂ ਉਹਦੇ ਚੌਥੇ ਭਾਗ ਅਤੇ ਆਖਰੀ ਭਾਗ ਦੀ ਵਿਚਾਰ ਕਰਦੇ ਹਾਂ ਜੀ। ਗੁਰਬਾਣੀ ਦੇ ਆਧਾਰ 'ਤੇ ਆਪਾਂ ਵਿਚਾਰ ਕਰਦੇ ਆ ਰਹੇ ਹਾਂ ਜੀ ਕਿ ਪਰਮਾਤਮਾ ਨੂੰ ਅਸੀਂ ਕਿੱਥੋਂ ਲੱਭ ਸਕਦੇ ਹਾਂ, ਪਰਮਾਤਮਾ ਨੂੰ ਅਸੀਂ ਕਿਵੇਂ ਪਾ ਸਕਦੇ ਹਾਂ, ਕਿਉਂਕਿ ਪਰਮਾਤਮਾ ਨੂੰ ਪਾਉਣਾ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਜਦੋਂ ਤੱਕ ਸਾਡੀ ਪਰਮਾਤਮਾ ਦੇ ਨਾਲ ਸਾਂਝ ਨਹੀਂ ਪੈਂਦੀ, ਪਰਮਾਤਮਾ ਦੇ ਨਾਲ ਸਾਡੀ ਅਭੇਦਤਾ ਨਹੀਂ ਹੁੰਦੀ, ਪਰਮਾਤਮਾ ਦੇ ਚਰਨਾਂ ਵਿੱਚ ਅਸੀਂ ਲੀਨ ਨਹੀਂ ਹੁੰਦੇ, ਪਰਮਾਤਮਾ ਵਿੱਚ ਸਾਡੀ ਸਮਾਈ ਨਹੀਂ ਹੁੰਦੀ, ਸਾਡਾ ਇਹ ਆਵਾਗਮਨ ਦਾ ਚੱਕਰ ਚੱਲਦਾ ਰਹਿਣਾ ਹੈ। ਇੱਕ ਜਨਮ ਤੋਂ ਬਾਅਦ ਦੂਸਰਾ ਜਨਮ ਹੁੰਦਾ ਰਹਿਣਾ ਹੈ। ਇਸ ਤਰ੍ਹਾਂ ਅਸੀਂ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿਣਾ ਹੈ। ਇੱਕ ਮਨੁੱਖਾ ਜੀਵਨ ਹੈ ਜਿਸ ਦੇ ਵਿੱਚ ਜੀਵ ਨੂੰ ਇਹ ਦਾਤ ਮਿਲੀ ਹੈ ਪਰਮਾਤਮਾ ਵੱਲੋਂ ਕਿ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਵਿੱਚ ਜੀਵ ਅਭੇਦ ਹੋ ਸਕਦਾ ਹੈ ਅਤੇ ਉਹਦਾ ਆਵਾਗਮਨ ਦਾ ਚੱਕਰ ਖਤਮ ਹੋ ਸਕਦਾ ਹੈ ਅਤੇ ਉਹ ਸਦਾ ਲਈ ਪਰਮਾਤਮਾ ਵਿੱਚ ਸਮਾ ਸਕਦਾ ਹੈ। ਸਿਰਫ ਇਹ ਮਨੁੱਖਾ ਜੀਵਨ ਦੇ ਵਿੱਚ ਹੀ ਵਾਰੀ ਮਿਲਦੀ ਹੈ। ਇਸ ਲਈ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ 'ਤੇ ਪਾਤਸ਼ਾਹ ਨੇ ਕਿਹਾ ਹੈ ਨਾ ਕਿ ਮਨੁੱਖਾ ਜੀਵਨ ਦੁਰਲੱਭ ਹੈ ਅਤੇ ਇਸ ਜੀਵਨ ਨੂੰ ਸਾਨੂੰ ਕੌਡੀ ਮਾਇਆ ਦੇ ਬਦਲੇ ਵਿੱਚ ਨਹੀਂ ਗਵਾਉਣਾ ਚਾਹੀਦਾ। ਇਸ ਜੀਵਨ ਦਾ ਲਾਹਾ ਲੈਣਾ ਚਾਹੀਦਾ ਹੈ ਅਤੇ ਇਸੇ ਲਈ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਬਹੁਤ ਤਰ੍ਹਾਂ ਸਮਝਾਇਆ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਮੂਲ ਉਸ ਪਰਮਾਤਮਾ ਦੇ ਨਾਲ ਮਿਲਾਪ ਪ੍ਰਾਪਤ ਕਰ ਸਕਦੇ ਹਾਂ। ਰਾਗ ਵਡਹੰਸ ਦੇ ਵਿੱਚ ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 569 'ਤੇ ਇੱਕ ਤੁਕ ਰਾਹੀਂ ਸਾਨੂੰ ਸਮਝਾ ਰਹੇ ਨੇ। ਪਾਤਸ਼ਾਹ ਕਹਿੰਦੇ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਨਿਧਾਨ ਹੈਗਾ ਖਜ਼ਾਨਾ, ਖਜ਼ਾਨਾ ਤਾਂ ਇੱਕ ਹੀ ਹੈ ਜੋ ਸਾਡੇ ਕੰਮ ਆਉਣ ਵਾਲਾ, ਉਹ ਪਰਮਾਤਮਾ ਦਾ ਨਾਮ ਹੈ। ਕਹਿੰਦੇ ਪਰਮਾਤਮਾ ਤੇਰੇ ਅੰਦਰ ਹੀ ਹੈ, ਤੂੰ ਪਰਮਾਤਮਾ ਨੂੰ ਬਾਹਰ ਨਾ ਲੱਭਦਾ ਫਿਰ। ਜਿਸ ਤਰ੍ਹਾਂ ਹਿਰਨ ਦੇ ਪਤਾ ਹੁੰਦਾ ਨਾ ਕਿ ਖੁਸ਼ਬੂ ਉਹਦੇ ਕਸਤੂਰੀ ਨਾਭੀ 'ਚ ਹੁੰਦੀ ਹੈ, ਪਰ ਉਹ ਝਾੜੀਆਂ 'ਚ ਲੱਭਦਾ ਫਿਰਦਾ, ਪਤਾ ਨਹੀਂ ਨਾ ਹੁੰਦਾ। ਇਸ ਤਰ੍ਹਾਂ ਜਦੋਂ ਤੱਕ ਸਾਨੂੰ ਨਹੀਂ ਪਤਾ ਹੈਗਾ, ਜਦੋਂ ਗੁਰੂ ਦੇ ਲੜ ਲੱਗ ਕੇ ਪਤਾ ਲੱਗਣਾ ਫੇਰ ਹੀ ਖੋਜ ਕਰ ਸਕਦੇ ਹਾਂ ਨਾ। ਅਤੇ ਇਸ ਤਰ੍ਹਾਂ ਹੀ ਆਸਾ ਮਹੱਲਾ ਪੰਜਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 373 'ਤੇ ਪੰਚਮ ਪਾਤਸ਼ਾਹ ਕਹਿੰਦੇ ਨੇ, ਨਾਨਕ ਲੱਦਾ ਮਨ ਤਨ ਮੰਝਾ। ਕਹਿੰਦੇ ਨਾਨਕ ਨੇ ਪਰਮਾਤਮਾ ਨੂੰ ਆਪਣੇ ਮਨ ਅਤੇ ਹਿਰਦੇ ਦੇ ਵਿੱਚੋਂ ਹੀ ਲੱਭਿਆ ਹੈ। ਜੇ ਤਾਂ ਸੰਗਤ ਜੀ ਅਸੀਂ ਕਹੀਏ ਕਿ ਕੋਈ ਸਾਨੂੰ ਹੋਰ ਅਣਜਾਣ ਦੱਸ ਰਿਹਾ ਹੋਵੇ, ਫਿਰ ਤਾਂ ਅਸੀਂ ਸਮਝੀਏ ਕਿ ਵੀ ਝੂਠ ਹੋ ਸਕਦਾ। ਇਹ ਤਾਂ ਸਾਨੂੰ ਗੁਰੂ ਸਾਹਿਬਾਨ ਦੱਸ ਰਹੇ ਨੇ ਜੋ ਆਪ ਪਰਮੇਸ਼ਰ ਦੀ ਜੋਤ ਨੇ। ਉਹ ਸਾਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਪਾ ਸਕਦੇ ਹਾਂ। ਅਤੇ ਇਸ ਤਰ੍ਹਾਂ ਹੀ 9ਵੇਂ ਪਾਤਸ਼ਾਹ ਜੀ ਦੀ ਤੁਕ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਰਹਾਓ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਬਾਬਾ ਬਹਾਦਰ ਸਿੰਘ ਜੀ ਕਾਨਪੁਰ ਵਾਲੇ, ਉਹ ਬਹੁਤ ਦਫਾ ਇਸ ਤੁਕ ਨੂੰ ਸਾਡੇ ਨਾਲ ਸਾਂਝੀ ਕਰਦੇ ਰਹੇ ਆ। ਕਾਹੇ ਰੇ ਬਨ ਖੋਜਨ ਜਾਈ, ਕਹਿੰਦੇ ਜੰਗਲਾਂ ਵਿੱਚ ਤੂੰ ਕਿਉਂ ਭਟਕਦਾ ਫਿਰਦਾ। 9ਵੇਂ ਪਾਤਸ਼ਾਹ ਕਹਿੰਦੇ ਨੇ ਜੀਵ ਨੂੰ ਕਿ ਤੂੰ ਜੰਗਲਾਂ ਦੇ ਵਿੱਚ ਕੀ ਕਹਿੰਦੇ ਤੂੰ ਲੱਭਦਾ ਫਿਰਦਾ। ਕਹਿੰਦੇ ਉਹ ਜੋ ਹਰ ਇੱਕ ਘਟ ਦੇ ਵਿੱਚ ਹੈ, ਕਹਿੰਦੇ ਉਹ ਤੇਰੇ ਅੰਦਰ ਵੀ ਹੈ, ਤੇਰੇ ਅੰਦਰ ਸਮਾਇਆ ਹੋਇਆ ਹੈ, ਉਹਨੂੰ ਉੱਥੋਂ ਲੱਭ ਕਹਿੰਦੇ।
ਜਿਸ ਤਰ੍ਹਾਂ ਕਹਿੰਦੇ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਆ, ਜਿਸ ਤਰ੍ਹਾਂ ਸਾਡਾ ਅੱਖ ਸ਼ੀਸ਼ੇ ਦੇ ਵਿੱਚ ਬਣ ਜਾਂਦਾ, ਇਸ ਤਰ੍ਹਾਂ ਹੀ ਕਹਿੰਦੇ ਪਰਮਾਤਮਾ ਸਾਡੇ ਅੰਦਰ ਹੀ ਹੈ, ਹਰ ਇੱਕ ਘਟ ਦੇ ਵਿੱਚ ਹੈ, ਹਰ ਇੱਕ ਸਰੀਰ ਦੇ ਵਿੱਚ ਹੈ। ਸਾਨੂੰ ਅੰਦਰੋਂ ਹੀ ਉਹਦੀ ਖੋਜ ਕਰਨੀ ਪੈਣੀ ਹੈ। ਅੰਦਰੋਂ ਉਹਦੀ ਖੋਜ ਹੋਣੀ ਆ ਉਹਦਾ ਨਾਮ ਜਪ ਕੇ। ਜਦੋਂ ਅਸੀਂ ਉਹਦਾ ਨਾਮ ਜਪਦੇ ਜਾਂਦੇ ਹਾਂ, ਹੌਲੀ ਹੌਲੀ ਉਹਦੇ 'ਚ ਪ੍ਰੇਮ ਪੈਂਦਾ ਜਾਂਦਾ। ਜਦੋਂ ਪ੍ਰੇਮ ਪੈਂਦਾ ਜਾਂਦਾ ਫਿਰ ਸਾਨੂੰ ਉਹ ਚੇਤੇ 'ਚ ਆਉਣ ਲੱਗ ਜਾਂਦਾ। ਜਦੋਂ ਚੇਤੇ 'ਚ ਆਉਣ ਲੱਗ ਜਾਂਦਾ ਫਿਰ ਅਸੀਂ ਉਹਨੂੰ ਕਦੇ ਇੱਕ ਪਲ ਲਈ ਵੀ ਨਹੀਂ ਭੁੱਲ ਸਕਦੇ। ਫਿਰ ਸਾਨੂੰ ਉਹ ਅੰਦਰੋਂ ਹੀ ਮਿਲ ਜਾਂਦਾ ਕਿ ਜਿਹਦੇ ਨਾਲ ਸਾਨੂੰ ਪ੍ਰੇਮ ਪੈ ਜਾਵੇ, ਉਹ ਸਾਨੂੰ ਯਾਦ ਆਉਂਦੇ ਨੇ। ਜਿਹੜੇ ਯਾਦ ਆਉਂਦੇ ਨੇ ਫਿਰ ਅਸੀਂ ਉਹਨਾਂ ਨੂੰ ਭੁੱਲਦੇ ਨਹੀਂ ਗੇ। ਫਿਰ ਇੱਕ ਦਿਨ ਸਾਡਾ ਉਹਨਾਂ ਨਾਲ ਮਿਲਾਪ ਹੋ ਜਾਂਦਾ। ਇਸ ਤਰ੍ਹਾਂ ਹੀ ਪਰਮਾਤਮਾ ਨਾਲ ਪ੍ਰੇਮ ਪੈ ਜਾਂਦਾ। ਉਹਦਾ ਨਾਮ ਜਪਦਿਆਂ ਉਹਦੇ ਨਾਲ ਪ੍ਰੇਮ ਪੈ ਜਾਂਦਾ। ਉਹ ਸਾਡੇ ਚੇਤੇ ਵਿੱਚ ਵਸ ਜਾਂਦਾ। ਫਿਰ ਉਹਦਾ ਚੇਤਾ ਭੁੱਲਦਾ ਨਹੀਂ ਹੈ। ਫਿਰ ਉਹ ਸਾਨੂੰ ਅੰਦਰੋਂ ਹੀ ਮਿਲ ਜਾਂਦਾ। ਜਦੋਂ ਅੰਦਰੋਂ ਮਿਲ ਜਾਂਦਾ ਫਿਰ ਕਿਸ ਤਰ੍ਹਾਂ ਦੀ ਹਾਲਤ ਬਣਦੀ ਆ। ਫਿਰ ਪੰਚਮ ਪਾਤਸ਼ਾਹ ਕਹਿੰਦੇ ਨੇ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਫਿਰ ਜਦੋਂ ਅੰਦਰ ਸਾਡੇ ਨਾਮ ਵਸ ਜਾਂਦਾ, ਫਿਰ ਅੰਦਰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕਿ ਕੋਈ ਮਤਲਬ ਅੰਮ੍ਰਿਤ ਦੇ ਝਰਨੇ ਚੱਲ ਰਹੇ ਨੇ। ਅੰਦਰ ਨਾਮ ਅੰਮ੍ਰਿਤ ਵਰਸ ਰਿਹਾ ਵੀ ਅਸੀਂ ਅੰਦਰੋਂ ਹੀ ਉਹਦਾ ਫਿਰ ਸਵਾਦ ਚੱਖ ਰਹੇ ਹਾਂ। ਜਿਸ ਤਰ੍ਹਾਂ ਕਹੀਏ ਨਾ ਕਿ ਕਿਸੇ ਨੂੰ ਗਰਮੀ ਦਾ ਮਹੀਨਾ ਹੋਏ ਅਤੇ ਉਹਨੂੰ ਬੜੀ ਪਿਆਸ ਲੱਗੀ ਹੋਏ, ਫਿਰ ਉਹਨੂੰ ਠੰਡਾ ਪਾਣੀ ਮਿਲ ਜਾਏ ਅਤੇ ਕਿਸ ਤਰ੍ਹਾਂ ਉਹਦੇ ਮਨ ਨੂੰ ਸ਼ਾਂਤੀ ਹੋ ਜਾਂਦੀ ਆ। ਇਸ ਤਰ੍ਹਾਂ ਹੀ ਅੰਦਰੋਂ ਜਦੋਂ ਪਰਮਾਤਮਾ ਦਾ ਇਹ ਨਾਮ ਅੰਮ੍ਰਿਤ ਮਿਲ ਜਾਂਦਾ, ਇਨਸਾਨ ਦਾ ਜਿਹੜਾ ਮਨ ਹੈ ਉਹ ਤ੍ਰਿਪਤ ਹੋ ਜਾਂਦਾ। ਕਿਉਂਕਿ ਪਰਮਾਤਮਾ ਦਾ ਜੋ ਨਾਮ ਰਸ ਹੈ ਉਹ ਸਰਬ ਸ੍ਰੇਸ਼ਟ ਰਸ ਹੈ। ਇਸ ਤੋਂ ਉੱਪਰ ਦੁਨੀਆ ਦਾ ਕੋਈ ਰਸ ਹੈ ਨਹੀਂ। ਜਦੋਂ ਜੀਵ ਇਸ ਰਸ ਨੂੰ ਚੱਖ ਲੈਂਦਾ ਫਿਰ ਉਹਨੂੰ ਹੋਰ ਕਿਸੇ ਰਸ ਦੀ ਤਾਂਘ ਨਹੀਂ ਰਹਿੰਦੀ ਹੈਗੀ। ਉਹਦੀ ਤ੍ਰਿਪਤੀ ਹੋ ਜਾਂਦੀ ਆ। ਜਿਸ ਚੀਜ਼ ਨੂੰ ਇਹ ਮਨ ਲੱਭ ਰਿਹਾ ਸੀ, ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲਾਂ ਤੋਂ ਤੜਫ ਰਿਹਾ ਪਰਮਾਤਮਾ ਦੀ ਪ੍ਰਾਪਤੀ ਲਈ, ਹੁਣ ਅੰਦਰ ਹੀ ਪਰਮਾਤਮਾ ਉਹਨੂੰ ਮਿਲ ਗਿਆ ਤਾਂ ਫਿਰ ਉਹਦੇ ਅੰਦਰ ਨਾਮ ਦੇ ਝਰਨੇ ਚੱਲ ਰਹੇ ਨੇ, ਅੰਮ੍ਰਿਤ ਦੇ ਝਰਨੇ ਚੱਲ ਰਹੇ ਨੇ ਅਤੇ ਉਹ ਬੜੀ ਸ਼ਾਂਤੀ ਵਿੱਚ ਆ ਜਾਂਦਾ, ਬੜੀ ਉਹਨੂੰ ਸੀਤਲਤਾ ਹੋ ਜਾਂਦੀ ਆ। ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ ਸੰਗਤ ਜੀ, ਬੜੀਆਂ ਪਿਆਰੀਆਂ ਨੇ ਇਹ, ਪਰ ਜਦੋਂ ਵਾਪਰਦੀਆਂ ਨੇ ਫਿਰ ਹੀ ਪਤਾ ਲੱਗਦਾ। ਇਹ ਸਾਨੂੰ ਗੁਰਬਾਣੀ 'ਤੇ ਵਿਸ਼ਵਾਸ ਕਰਕੇ, ਗੁਰੂ ਸਾਹਿਬਾਨ 'ਤੇ ਵਿਸ਼ਵਾਸ ਕਰਕੇ ਅਸੀਂ ਉਹਦੇ ਨਾਮ ਜਪਣ ਲਈ ਲੱਗ ਜਾਈਏ, ਅਸੀਂ ਇਹ ਉਦਮ ਕਰੀਏ, ਸਭ ਕੁਝ ਪ੍ਰਤੱਖ ਹੋ ਜਾਂਦਾ। ਇਸ ਤਰ੍ਹਾਂ ਹੀ ਪੰਚਮ ਪਾਤਸ਼ਾਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 452 ਤੇ ਰਾਗ ਆਸਾ ਵਿੱਚ, ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ, ਚਾਖੜਿਆ ਮੈਂ ਹਰ ਰਸ ਮੀਠਾ ਰਾਮ। ਇਹ ਸਾਰੀਆਂ ਫਿਰ ਜਦੋਂ ਪਰਮਾਤਮਾ ਦਾ ਦੀਦਾਰ ਹੋ ਜਾਂਦਾ, ਪਰਮਾਤਮਾ ਦੀ ਖੋਜ ਕਰਦਿਆਂ ਪਰਮਾਤਮਾ ਅੰਦਰੋਂ ਲੱਭ ਜਾਂਦਾ। ਜਦੋਂ ਪਰਮਾਤਮਾ ਦਾ ਅਨੁਭਵ ਹੋ ਜਾਂਦਾ, ਪਰਮਾਤਮਾ ਦਾ ਅਨੁਭਵ ਕਿਸ ਤਰ੍ਹਾਂ ਹੈ, ਜਿਸ ਤਰ੍ਹਾਂ ਬਹੁਤ ਤਰ੍ਹਾਂ ਲੋਕ ਕਹਿੰਦੇ ਨੇ ਕਿ ਅਸੀਂ ਇਹ ਲਾਈਟ ਦੇਖੀ, ਅਸੀਂ ਇਹ ਦੇਖਿਆ, ਉਹ ਦੇਖਿਆ। ਇਸ ਤਰ੍ਹਾਂ ਦਾ ਸੰਗਤ ਜੀ ਗੁਰੂ ਸਾਹਿਬਾਨ ਨੇ ਕੁਛ ਵੀ ਸਾਨੂੰ ਨਹੀਂ ਦੱਸਿਆ। ਸਾਨੂੰ ਇਹਨਾਂ ਭੁਲੇਖਿਆਂ 'ਚ ਨਹੀਂ ਪੈਣਾ ਚਾਹੀਦਾ। ਗੁਰੂ ਸਾਹਿਬਾਨ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ 'ਚ ਕਿ ਜਦੋਂ ਪਰਮਾਤਮਾ ਦਾ ਮਿਲਾਪ ਹੁੰਦਾ ਤਾਂ ਜੀਵ ਦਾ ਜਿਹੜਾ ਮਨ ਹੈ ਤ੍ਰਿਪਤ ਹੋ ਜਾਂਦਾ ਮਾਇਆ ਵੱਲੋਂ,
ਉਹਦੇ ਅੰਦਰੋਂ ਵਿਕਾਰ ਨਿਕਲ ਜਾਂਦੇ ਨੇ। ਉਹਨੂੰ ਸਾਰੇ ਪਾਸੇ ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ। ਉਹਨੂੰ ਹਰ ਇੱਕ ਵਿੱਚ ਉਹਦੀ ਜੋਤ ਦਿਸਦੀ ਆ। ਉਹਨੂੰ ਕਿਸੇ ਨੂੰ ਵੀ ਬੁਰਾ ਕਹਿਣ 'ਤੇ, ਕਿਸੇ ਦਾ ਦਿਲ ਦੁਖਾਉਣ 'ਤੇ ਦਿਲ ਨਹੀਂ ਕਰਦਾ। ਉਹਨੂੰ ਦੁੱਖ ਹੁੰਦਾ, ਉਹਨੂੰ ਸੁੱਖ ਹੁੰਦਾ, ਉਹਨੂੰ ਇੱਕ ਸਮਾਨ ਲੱਗਦੇ ਨੇ। ਉਹਨੂੰ ਕੋਈ ਜਿਸ ਤਰ੍ਹਾਂ ਪਰਿਵਾਰ ਦਾ ਜੀਅ ਆ, ਚਾਹੇ ਕੋਈ ਗੁਆਂਢ ਦਾ ਬੱਚਾ, ਉਹਨੂੰ ਸਾਰੇ ਇੱਕ ਬਰਾਬਰ ਲੱਗਦੇ ਨੇ। ਉਹਦੇ ਵਿੱਚ ਕੋਈ ਤੇਰ ਮੇਰ ਨਹੀਂ ਰਹਿ ਜਾਂਦੀ, ਕਿਉਂਕਿ ਉਹਨੂੰ ਹਰ ਇੱਕ ਦੇ ਵਿੱਚ ਉਸ ਪਰਵਰਦਿਗਾਰ ਦੀ ਜੋਤ ਦਿਸਦੀ ਆ। ਉਹਨੂੰ ਕੋਈ ਬੇਗਾਨਾ ਨਹੀਂ ਦਿਸਦਾ, ਉਹਦੇ 'ਚ ਦਵੈਤ ਦੀ ਭਾਵਨਾ ਨਹੀਂ ਰਹਿ ਜਾਂਦੀ। ਇਹ ਪਰਮਾਤਮਾ ਦੀਆਂ ਪ੍ਰਾਪਤੀਆਂ ਨੇ। ਇਹ ਪਰਮਾਤਮਾ ਨੂੰ ਪਾ ਲੈਣਾ ਹੈ। ਇਸ ਤਰ੍ਹਾਂ ਫਿਰ ਉਹਦਾ ਮਨ ਆਨੰਦਿਤ ਹੋਇਆ ਰਹਿੰਦਾ। ਕਦੇ ਉਹਨੂੰ ਕਿਸੇ ਚੀਜ਼ ਦੀ ਚਾਹਨਾ ਨਹੀਂ ਰਹਿੰਦੀ। ਜਿਸ ਹਾਲ ਵਿੱਚ ਉਹਨੂੰ ਪਰਮਾਤਮਾ ਰੱਖਦਾ, ਉਹ ਉਸੇ ਵਿੱਚ ਰਾਜੀ ਆ। ਇਸ ਨੂੰ ਕਹਿੰਦੇ ਨੇ ਭਾਣਾ ਮੰਨਣਾ। ਜਿਹਨੇ ਪਰਮਾਤਮਾ ਨੂੰ ਪਾ ਲਿਆ, ਉਹੀ ਭਾਣਾ ਮੰਨ ਸਕਦਾ। ਉਹਨੂੰ ਹੀ ਪਰਮਾਤਮਾ ਦਾ ਭਾਣਾ ਮਿੱਠਾ ਲੱਗਦਾ। ਉਹਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਆ। ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਉਹ ਇੱਕ ਸਮਾਨ ਰਹਿੰਦਾ ਹੈ, ਕਿਉਂਕਿ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਤੇ ਪਾਤਸ਼ਾਹ ਨੇ ਕਹਿ ਦਿੱਤਾ ਨਾ ਕਿ ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ, ਚਾਖੜਿਆ ਚਾਖੜਿਆ ਮੈਂ ਹਰ ਰਸ ਮੀਠਾ ਰਾਮ। ਤੇ ਪਰਮਾਤਮਾ ਨੂੰ ਮਿਲਾਪ ਹੋ ਗਿਆ। ਉਹਦੇ ਨਾਮ ਦਾ ਰਸ ਬੜਾ ਮਿੱਠਾ, ਬੜਾ ਆਨੰਦਦਾਇਕ ਆ। ਸਰੀਰ ਦੇ ਸਾਰੇ ਜਿਹੜੇ ਆਤਮਿਕ ਦੁੱਖ ਨੇ ਖਤਮ ਹੋ ਜਾਂਦੇ ਨੇ। ਸਰੀਰ ਦੀਆਂ ਸਾਰੀ ਆਸ਼ਾ, ਤ੍ਰਿਸ਼ਨਾ, ਲੋਭ, ਲਾਲਸਾ ਸਭ ਕੁਝ ਖਤਮ ਹੋ ਜਾਂਦਾ। ਮਨ ਠੰਡਾ, ਠਾਰ, ਸੀਤਲ, ਤੇ ਕੋਈ ਮਤਲਬ ਉਤਾਰ ਚੜਾਅ ਨਹੀਂ ਰਹਿੰਦਾ, ਕੋਈ ਭੱਜ ਦੌੜ ਨਹੀਂ ਰਹਿੰਦੀ। ਇਹ ਹੈ ਪਰਮਾਤਮਾ ਦੀ ਪ੍ਰਾਪਤੀ। ਇਹ ਹੈ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਣਾ। ਤੇ ਮਿਲਿਆ ਅੰਦਰੋਂ ਹੀ ਹੈ। ਖੋਜ ਅੰਦਰੋਂ ਹੀ ਕਰਨੀ ਹੈ। ਬਸ ਉਹਦੀ ਰਹਿਮਤ ਦੀ ਨਜ਼ਰ ਚਾਹੀਦੀ ਆ, ਉਹਦਾ ਮੇਲ ਹੋ ਜਾਂਦਾ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਮੇਰੀ ਝੋਲੀ 'ਚ ਪਾਉਣੀਆਂ ਜੀ। ਪਾਤਸ਼ਾਹ ਦੀ ਬਾਣੀ ਦੀ ਸਿੱਖਿਆ ਆਪਣੇ ਹਿਰਦੇ 'ਚ ਵਸਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।